ਹੈਲੋ ਗਾਇਜ਼, ਅੱਜ ਦੀ ਇਹ ਵੀਡੀਓ ਸਿਰਫ ਉਹਨਾਂ ਕੈਂਡੀਡੇਟਸ ਲਈ ਆ ਜੋ ਅਸਲ ਵਿੱਚ ਇਸ ਪੋਸਟ ਨੂੰ ਹਾਸਲ ਕਰਨਾ ਚਾਹੁੰਦੇ ਆ। ਅਗਰ ਤੁਸੀਂ ਵੀ ਇਸ ਕੈਟਾਗਰੀ ਵਿੱਚ ਆਉਂਦੇ ਹੋ ਤਾਂ ਇਸ ਵੀਡੀਓ ਨੂੰ ਅੰਤ ਤੱਕ ਵੇਖਣਾ, ਕਿਉਂਕਿ ਇਹ ਸਾਰੀ ਜਾਣਕਾਰੀ ਬਹੁਤ ਹੀ ਇੰਪੋਰਟੈਂਟ ਆ ਤੁਹਾਡੇ ਲਈ ਅਤੇ ਇਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਕੋਈ ਵੀ ਚੈਨਲ ਜਾਂ ਕੋਚਿੰਗ ਸੈਂਟਰ ਨਹੀਂ ਦੇਵੇਗਾ। ਇਹ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਤੁਹਾਨੂੰ ਕਲੀਅਰ ਕਰ ਦੇਵਾਂ ਕਿ ਜਿਹੜਾ ਇਹ ਐਗਜ਼ਾਮ ਆ, ਚਾਹੇ ਉਹ BPO ਵਾਸਤੇ ਜਾਂ ਪ੍ਰਿੰਸੀਪਲ ਜਾਂ ਹੈਡ ਮਾਸਟਰ ਵਾਸਤੇ ਆ, ਇਹ ਐਗਜ਼ਾਮ ਦਾ ਜੋ ਲੈਵਲ ਤੁਹਾਡਾ ਕਿਸੇ ਕਲਰਕ ਦੇ ਐਗਜ਼ਾਮ ਦੇ ਲੈਵਲ ਦੇ ਬਰਾਬਰ ਨਹੀਂ ਹੋਵੇਗਾ, ਕਿਉਂਕਿ ਇਹ ਜਿਹੜਾ ਐਗਜ਼ਾਮ ਆ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਲੈ ਰਿਹਾ। ਅਗਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਲੈ ਰਿਹਾ ਤਾਂ ਇਸ ਦਾ ਲੈਵਲ ਵੀ ਉਹ ਆਪਦੇ ਲੈਵਲ ਦੇ ਬਰਾਬਰ ਹੈ। ਇਸ ਕਰਕੇ ਗਾਇਜ਼, ਇਸ ਦੀ ਜਿਹੜੀ ਸਟੱਡੀ ਆ ਤੁਹਾਨੂੰ ਪ੍ਰੋਪਰ ਸਟੱਡੀ ਕਰਨੀ ਪਵੇਗੀ, ਪ੍ਰੋਪਰ ਸਟ੍ਰੈਟਜੀ ਨਾਲ ਪੜ੍ਹਨਾ ਪਵੇਗਾ, ਪ੍ਰੋਪਰ ਬੁੱਕਸ ਯੂਜ਼ ਕਰਨੀਆਂ ਪੈਣੀਆਂ। ਅਗਰ ਤੁਸੀਂ ਪ੍ਰੋਪਰ ਸਟ੍ਰੈਟਜੀ, ਪ੍ਰੋਪਰ ਹਾਰਡ ਵਰਕ, ਪ੍ਰੋਪਰ ਬੁੱਕਸ ਨੂੰ ਯੂਟਿਲਾਈਜ਼ ਕਰਕੇ ਆਪਣੀ ਤਿਆਰੀ ਕਰੋਗੇ ਤਾਂ ਇਹ ਐਗਜ਼ਾਮ ਕ੍ਰੈਕ ਬੜੇ ਈਜ਼ੀਲੀ ਢੰਗ ਨਾਲ ਹੋ ਜਾਏ। ਅਗਰ ਤੁਸੀਂ ਇਹ ਸੋਚਦੇ ਹੋ ਵੀ ਕੋਈ ਵੀ ਐਗਜ਼ਾਮ ਅਸੀਂ ਤੁੱਕਿਆਂ ਨਾਲ ਕਲੀਅਰ ਕਰ ਲਾਂਗੇ ਤਾਂ ਇਹ ਤੁਹਾਡੀ ਸਭ ਤੋਂ ਵੱਡੀ ਗਲਤਫਹਿਮੀ ਹੈ, ਕਿਉਂਕਿ ਜਿਨ੍ਹਾਂ ਦੇ ਵੀ ਐਗਜ਼ਾਮ ਕਲੀਅਰ ਹੁੰਦੇ ਨੇ ਉਹ ਬਹੁਤ ਹੀ ਪ੍ਰੋਪਰ ਵੇ ਨਾਲ ਸਟੱਡੀ ਕਰਦੇ ਨੇ, ਪ੍ਰੋਪਰ ਸਟ੍ਰੈਟਜੀ ਨੂੰ ਯੂਜ਼ ਕਰਦੇ ਨੇ, ਪ੍ਰੋਪਰ ਬੁੱਕਸ ਯੂਜ਼ ਕਰਦੇ ਨੇ, ਪ੍ਰੋਪਰ ਆਪਦੇ ਨੋਟਸ ਪ੍ਰਪੇਅਰ ਕਰਦੇ ਨੇ। ਇਸ ਦੇ ਵਿੱਚ ਜੋ ਅੱਜ ਅਸੀਂ ਡਿਸਕਸ ਕਰਾਂਗੇ ਉਹ ਪ੍ਰੀਵੀਅਸ ਈਅਰ ਪੇਪਰ ਐਨਾਲਾਈਜ਼ ਕਰਾਂਗੇ ਔਰ ਉਸ ਐਨਾਲਾਈਜ਼ ਤੋਂ ਬਾਅਦ ਅਸੀਂ ਤਿਆਰ ਕਰਾਂਗੇ ਆਪਦੀ ਸਟ੍ਰੈਟਜੀ। ਠੀਕ ਹੈ, ਤੁਹਾਨੂੰ ਬੈਸਟ ਬੁੱਕਸ ਦੱਸੂਗਾ ਜੋ ਉਸ ਲੈਵਲ ਦੀ ਤੁਹਾਡੀ ਪ੍ਰੈਪਰੇਸ਼ਨ ਕਰਵਾਉਣੀ ਹੈ, ਬੈਸਟ ਵੈਬਸਾਈਟ ਦੱਸੂਗਾ ਜੋ ਕਰੰਟ ਅਫੇਅਰਸ ਜਾਂ GK ਨੂੰ ਕਵਰ ਕਰੂਗੀ ਪ੍ਰੋਪਰ ਢੰਗ ਨਾਲ। ਔਰ ਇਸ ਦੇ ਵਿੱਚ ਲਾਸਟ ਔਰ ਮੋਸਟ ਇੰਪੋਰਟੈਂਟ ਪੁਆਇੰਟ, ਹਾਊ ਟੂ ਬਾਈਪਾਸ ਦਾ ਇੰਟਰਵਿਊ। ਇਸ ਦੇ ਐਗਜ਼ਾਮ ਦੇ ਵਿੱਚ ਤੁਸੀਂ ਸੱਚ ਜਾਣਿਓ ਕਿ ਤੁਸੀਂ ਆਪਦੀ ਇੰਟਰਵਿਊ ਦੇ ਮਾਰਕਸ ਵੀ ਬਾਈਪਾਸ ਕਰ ਸਕਦੇ ਹੋ। ਚਲੋ ਸ਼ੁਰੂ ਕਰਦੇ ਹਾਂ ਅਸੀਂ ਅੱਜ ਦਾ ਲੈਕਚਰ। ਪਹਿਲਾਂ ਦੇਖਦੇ ਹਾਂ ਅਸੀਂ ਪ੍ਰੀਵੀਅਸ ਈਅਰ ਪੇਪਰਸ, ਉਸ ਨੂੰ ਐਨਾਲਾਈਜ਼ ਕਰਦੇ ਹਾਂ ਜਿਹੜਾ ਕਿ ਤੁਹਾਡਾ ਲਾਸਟ ਈਅਰ 25 ਮਈ ਨੂੰ ਹੋਇਆ ਸੀਗਾ। ਪਹਿਲਾਂ ਉਸ ਨੂੰ ਹੁਣ ਅਸੀਂ ਐਨਾਲਾਈਜ਼ ਕਰਕੇ ਦੇਖਦੇ ਹਾਂ। ਗਾਇਜ਼, ਅਗਰ ਅਸੀਂ ਪ੍ਰੀਵੀਅਸ ਈਅਰ ਪੇਪਰ ਨੂੰ ਦੇਖੀਏ ਤਾਂ ਅਗਰ ਸਬਜੈਕਟ ਵਾਈਜ਼ ਦੇਖੀਏ ਤਾਂ ਸਭ ਤੋਂ ਪਹਿਲਾਂ ਜਿਵੇਂ ਜਨਰਲ ਸਾਇੰਸ ਆ, ਜਨਰਲ ਸਾਇੰਸ ਦੇ ਉਹਨਾਂ ਨੇ 9 ਕੁਐਸਚਨ ਪੁੱਟ ਅਪ ਕੀਤੇ ਆ ਤੁਹਾਨੂੰ ਲਾਸਟ ਈਅਰ ਐਗਜ਼ਾਮ ਦੇ ਵਿੱਚ। ਮਾਡਰਨ ਹਿਸਟਰੀ ਉਹਦੇ 9 ਕੁਐਸਚਨ ਕਵਰ ਅਪ ਕੀਤੇ। ਐਕਚੁਅਲ ਦੇ ਵਿੱਚ ਹਿਸਟਰੀ ਦੇ ਕਾਫੀ ਪਾਰਟਸ ਨੇ, ਐਂਸ਼ੀਅੰਟ, ਮਿਡੀਵੀਅਲ, ਮਾਡਰਨ, ਆਰਟ ਐਂਡ ਕਲਚਰ, ਬਟ ਸਾਡਾ ਜਿਹੜਾ ਫੋਕਸ ਇੱਥੇ ਰਹੂਗਾ ਉਹ ਮਾਡਰਨ ਹਿਸਟਰੀ ਤੇ ਰਹੂਗਾ ਔਰ ਪੰਜਾਬ ਦੀ ਹਿਸਟਰੀ ਤੇ ਰਹੂਗਾ। ਔਰ ਤੁਸੀਂ ਦੇਖੋ ਪੋਲਿਟੀ ਦੇ 7 ਕੁਐਸਚਨ ਪੁੱਟ ਅਪ ਕੀਤੇ ਉਹਨਾਂ ਨੇ ਲਾਸਟ ਈਅਰ, ਇਕਨੋਮਿਕਸ ਦੇ 6 ਕੁਐਸਚਨ ਪੁੱਟ ਅਪ ਕੀਤੇ, ਜੀਓਗ੍ਰਾਫੀ ਔਰ এনवायरमेंट ਇਸ ਦੇ 4 ਕੁਐਸਚਨ ਪੁੱਟ ਅਪ ਕੀਤੇ। ਜੀਓਗ੍ਰਾਫੀ ਦੇ ਵੀ ਕਾਫੀ ਸਬ ਪਾਰਟ ਨੇ ਬਟ ਉਹਨਾਂ ਨੇ ਜ਼ਿਆਦਾਤਰ ਫੋਕਸ ਆ ਜਿਹੜਾ ਉਹ এনवायरमेंट ਤੇ ਕੀਤਾ। ਐਟ ਪ੍ਰੈਜ਼ੈਂਟ ਜਿੰਨੇ ਵੀ ਐਗਜ਼ਾਮ ਆ ਰਹੇ ਨੇ ਉਹ ਜ਼ਿਆਦਾਤਰ এনवायरमेंट ਨੂੰ ਹੀ ਫੋਕਸ ਕਰ ਰਹੇ। ਉਸ ਤੋਂ ਬਾਅਦ ਦੇਖਦੇ ਆ ਆਰਟ ਐਂਡ ਕਲਚਰ, ਇਹਨੇ ਇੰਡੀਆ ਤੇ ਪੰਜਾਬ ਦੋਨੋਂ ਹੀ ਕਵਰ ਕੀਤੇ ਇੱਥੇ ਅਸੀਂ। ਇਹਦੇ ਵਿੱਚ ਆਰਟ ਐਂਡ ਕਲਚਰ ਦੇ ਨਾਲ ਅਸੀਂ ਪਰਸਨ ਇਨ ਨਿਊਜ਼ ਜਿਹੜਾ ਇੰਟਰਨੈਸ਼ਨਲ ਲੈਵਲ ਔਰ ਨੈਸ਼ਨਲ ਲੈਵਲ ਤੇ ਜਿਹੜੇ ਆਏ ਨੇ ਕੁਐਸਚਨ, ਫਿਰ ਬੁੱਕਸ ਇਨ ਨਿਊਜ਼, ਅਵਾਰਡਸ ਇਨ ਨਿਊਜ਼, ਇਹ ਸਾਰੇ ਮਿਲਾ ਕੇ ਜਿਹੜੇ ਤੁਹਾਡੇ 5 ਕੁਐਸਚਨ ਉਹਨਾਂ ਨੇ ਪੁੱਟ ਅਪ ਕੀਤੇ। ਦੈਨ ਉਹਨਾਂ ਨੇ ਇੰਡੀਆ ਦੇ ਸਕੀਮਸ ਬਾਰੇ ਪੁੱਛਿਆ ਜਿਸ ਦੇ ਵਿੱਚ ਉਹਨਾਂ ਨੇ 2 ਕੁਐਸਚਨ ਪੁੱਟ ਅਪ ਕੀਤੇ ਤੁਹਾਨੂੰ। ਠੀਕ ਹੈ, ਉਸ ਤੋਂ ਬਾਅਦ ਇੰਟਰਨੈਸ਼ਨਲ ਇੰਸਟੀਟਿਊਸ਼ਨ ਤੇ ਰਿਪੋਰਟਸ 2 ਕੁਐਸਚਨ ਉਹਨਾਂ ਨੇ ਪੁੱਟ ਅਪ ਕੀਤੇ। ਟੋਟਲ ਜਿਹੜੇ ਇਹ 44 ਕੁਐਸਚਨ ਪੁੱਟ ਅਪ ਕੀਤੇ ਗਏ ਸੀ ਤੁਹਾਨੂੰ ਲਾਸਟ ਈਅਰ, ਬਟ ਇਸ ਵਾਰ ਤੁਹਾਡੇ ਜਿਹੜੇ ਕੁਐਸਚਨ ਆ ਉਹ 80 ਕੁਐਸਚਨ ਆਉਣਗੇ। ਅਗਰ 80 ਕੁਐਸਚਨ ਆਉਣਗੇ ਤਾਂ ਨੈਚੁਰਲੀ ਗੱਲ ਆ ਇਹ ਸਾਰੇ ਸਬਜੈਕਟਸ ਦੇ ਤੁਸੀਂ ਮੰਨ ਕੇ ਚੱਲੋ ਵੀ ਇਹ ਆਲਮੋਸਟ ਡਬਲ ਹੋ ਜਾਣਗੇ ਕੁਐਸਚਨਸ। ਔਰ ਇਸ ਦੇ ਵਿੱਚ ਕੁਝ ਔਰ ਸੈਕਸ਼ਨ ਵੀ ਐਡ ਹੋ ਜਾਣਗੇ ਜਿਹੜੇ ਤੁਹਾਨੂੰ ਸਟੱਡੀ ਕਰਨੇ ਪੈਣਗੇ। ਜਿਵੇਂ ਲਾਸਟ ਈਅਰ ਦੇ ਵਿੱਚ ਸਪੋਰਟਸ ਬਾਰੇ ਕੋਈ ਕੁਐਸਚਨ ਨਹੀਂ ਪੁੱਟ ਅਪ ਕੀਤਾ ਗਿਆ, ਸਪੋਰਟਸ ਬਾਰੇ ਇਸ ਵਾਰ ਕੁਐਸਚਨ ਪੁੱਟ ਅਪ ਕਰ ਸਕਦੇ ਨੇ। ਇਸ ਪੇਪਰ ਦੇ ਐਨਾਲਾਈਸਿਸ ਤੋਂ ਬਾਅਦ ਅਸੀਂ ਹੁਣ ਦੇਖਦੇ ਹਾਂ ਸਟ੍ਰੈਟਜੀ ਕਿਵੇਂ ਬਣਾਈ। ਤੁਸੀਂ ਦੇਖੋ ਵੀ ਜਨਰਲ ਸਾਇੰਸ, ਹਿਸਟਰੀ, ਪੋਲਿਟੀ, ਇਕਨੋਮਿਕਸ ਔਰ ਜੀਓਗ੍ਰਾਫੀ ਇਹਨਾਂ ਨੇ ਮੈਕਸਿਮਮ ਕੁਐਸਚਨ ਕਵਰ ਅਪ ਕੀਤੇ। ਤਾਂ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਸਬਜੈਕਟਸ ਨੂੰ ਹੀ ਕਵਰ ਕਰੋ। ਸਭ ਤੋਂ ਪਹਿਲਾਂ ਜਿਵੇਂ ਤੁਸੀਂ ਪੋਲਿਟੀ ਖਤਮ ਕਰ ਸਕਦੇ ਹੋ, ਈਜ਼ੀਲੀ ਖਤਮ ਹੋ ਸਕਦੀ ਹੈ ਤੁਹਾਡੇ। ਇਸ ਵਾਰ ਜਿਹੜੇ ਕੁਐਸਚਨ ਤੁਹਾਨੂੰ ਮਿਲਣਗੇ ਇਸ ਦੇ ਵਿੱਚੋਂ ਨੀਅਰ ਅਬਾਊਟ ਤੁਸੀਂ ਮੰਨ ਕੇ ਚੱਲੋ ਵੀ 12 ਤੋਂ 15 ਤੱਕ ਤੁਹਾਡੇ ਕੁਐਸਚਨ ਜਾ ਸਕਦੇ ਨੇ ਪੋਲਿਟੀ, ਔਰ ਬਹੁਤ ਹੀ ਈਜ਼ੀ ਢੰਗ ਨਾਲ ਤੁਸੀਂ ਪੋਲਿਟੀ ਖਤਮ ਕਰ ਸਕਦੇ ਹੋ ਸਭ ਤੋਂ ਪਹਿਲਾਂ। ਫਿਰ ਹਿਸਟਰੀ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਮਾਡਰਨ ਹਿਸਟਰੀ ਤੇ ਕਵਰ ਅਪ ਕਰੋ, ਕਿਉਂਕਿ ਮਾਡਰਨ ਹਿਸਟਰੀ ਦੇ ਹੀ ਜ਼ਿਆਦਾਤਰ ਕੁਐਸਚਨ ਉਹਨਾਂ ਨੇ ਪੁੱਟ ਅਪ ਕੀਤੇ ਆ। ਐਂਸ਼ੀਅੰਟ, ਮਿਡੀਵੀਅਲ ਨੂੰ ਤੁਸੀਂ ਇੱਕ ਵਾਰ ਲੀਵ ਕਰ ਦਿਓ। ਅਗਰ ਤੁਹਾਡੇ ਵਿੱਚ ਲਾਸਟ ਦੇ ਵਿੱਚ ਅਗਰ ਤੁਹਾਡੇ ਕੋਲ ਟਾਈਮ ਹੋਇਆ ਤੇ ਦੈਨ ਉਸ ਦੇ ਵਿੱਚੋਂ ਮੇਨ ਪੁਆਇੰਟਸ ਨੂੰ ਤੁਸੀਂ ਡਿਸਕਸ ਕਰ ਲਿਓ, ਅਦਰਵਾਈਜ਼ ਉਸਨੂੰ ਲੀਵ ਵੀ ਕਰ ਸਕਦੇ ਹੋ ਤੁਸੀਂ। ਜਨਰਲ ਸਾਇੰਸ ਦੇ ਵਿੱਚ ਜੋ ਤੁਹਾਨੂੰ ਮੈਂ ਬੁੱਕ ਰეკਮੈਂਡ ਕਰੂੰਗਾ ਇਸ ਸਮੇਂ ਉਹ ਤੁਹਾਡੀ ਇੱਕੋ ਹੀ ਬੁੱਕ ਆ ਔਰ ਜੋ ਸਾਰਾ ਕੁਝ ਕਵਰ ਕਰੂਗੀ ਔਰ ਉਸ ਲੈਵਲ ਦਾ ਕਰੂਗੀ ਜਿਸ ਲੈਵਲ ਦਾ ਤੁਹਾਡਾ ਐਗਜ਼ਾਮ ਆਊਗਾ। ਇਸ ਤਰ੍ਹਾਂ ਕੋਈ ਬੁੱਕਸ ਨਹੀਂ ਅਸੀਂ ਫੋਲੋ ਅਪ ਕਰਨੀਆਂ ਜਿਨ੍ਹਾਂ ਦਾ ਲੈਵਲ ਹੀ ਪਹਿਲੇ ਡਾਊਨ ਹੋਵੇ ਤਾਂ ਤੁਸੀਂ ਉਸ ਨੂੰ ਕੰਪੀਟ ਕਿਵੇਂ ਕਰ ਪਾਓਗੇ। ਕਿਉਂਕਿ ਮੈਂ ਕੁਝ ਚੈਨਲਸ ਦੇਖਿਆ ਉਹ ਬੁੱਕਸ ਤੁਹਾਨੂੰ ਜੋ ਰეკਮੈਂਡ ਕਰ ਰਹੇ ਨੇ ਉਹ ਬਹੁਤ ਹੀ ਉਸ ਲੈਵਲ ਤੋਂ ਲੋ ਲੈਵਲ ਦੇ ਐਗਜ਼ਾਮਸ ਨੇ ਜਿਨ੍ਹਾਂ ਲਈ ਉਹ ਬੁੱਕਸ ਰეკਮੈਂਡ ਹੁੰਦੀਆਂ ਨੇ।
ਤੁਸੀਂ ਉਹ ਐਗਜ਼ਾਮ ਨੂੰ ਫੋਲੋ ਅਪ ਹੀ ਨਹੀਂ ਕਰ ਪਾਓਗੇ, ਉਹਨਾਂ ਦੇ ਕੁਐਸਚਨਸ ਨੂੰ ਫੋਲੋ ਅਪ ਨਹੀਂ ਕਰ ਪਾਓਗੇ ਅਗਰ ਤੁਸੀਂ ਉਸ ਲੈਵਲ ਦੀਆਂ ਬੁੱਕਸ ਪੜ੍ਹੀਆਂ। ਤਾਂ ਪਹਿਲਾਂ ਤੁਹਾਨੂੰ ਇਸ ਐਗਜ਼ਾਮ ਦੇ ਥੋੜਾ ਜਿਹਾ ਹਾਇਰ ਲੈਵਲ ਦੀ ਬੁੱਕਸ ਸਟੱਡੀ ਕਰਨੀਆਂ ਪੈਣੀਆਂ, ਦੈਨ ਤੁਸੀਂ ਇਸ ਦੇ ਕੁਐਸਚਨਸ ਨੂੰ ਈਜ਼ੀਲੀ ਸੋਲਵ ਕਰ ਪਾਓਗੇ। ਦੂਸਰੀ ਗੱਲ, ਜੋ ਇਸ ਬੁੱਕ ਦੇ ਵਿੱਚ ਤੁਹਾਨੂੰ ਮਲਟੀਪਲ ਚੁਆਇਸ ਕੁਐਸਚਨਸ ਦੀ ਭਰਮਾਰ ਮਿਲੂਗੀ। ਇੰਨੇ ਕੁਐਸਚਨਸ ਨੇ ਤੁਹਾਡੇ ਪ੍ਰੈਕਟਿਸ ਲਈ, ਕਿਉਂਕਿ ਇਹਨੂੰ ਸਿਲੇਬਸ ਨੂੰ ਕਵਰ ਕਰਨ ਤੋਂ ਬਾਅਦ ਤੁਹਾਡੀ ਪ੍ਰੈਕਟਿਸ ਇੰਨੀ ਹੋਣੀ ਚਾਹੀਦੀ ਹੈ ਕਿ ਤੁਹਾਡੀ ਮਲਟੀਪਲ ਚੁਆਇਸ ਕਰਨ ਲੱਗੇ ਤੁਹਾਨੂੰ ਕਨਫਿਊਜ਼ਨ ਕ੍ਰੀਏਟ ਨਾ ਹੋਵੇ। ਤਾਂ ਇਹਦੇ ਵਿੱਚ ਇੰਨੇ ਕੁਐਸਚਨਸ ਨੇ ਤੁਹਾਡੇ ਪ੍ਰੈਕਟਿਸ ਲਈ, ਔਰ ਇਹ ਵੀ ਪੋਸੀਬਲ ਹੈ ਕਿ ਉਹਨਾਂ ਦੇ ਵਿੱਚੋਂ ਹੀ ਕੁਐਸਚਨਸ ਤੁਹਾਨੂੰ ਪੇਪਰ ਦੇ ਵਿੱਚ ਡਾਇਰੈਕਟ ਮਿਲ ਜਾਣ। ਠੀਕ ਹੈ, ਇਹ ਤੁਹਾਡੇ ਸਬਜੈਕਟਸ ਨੇ ਜਿਹੜੇ ਕਿ ਸਟੈਟਿਕ ਪੋਰਸ਼ਨ ਨੂੰ ਕਵਰ ਅਪ ਕਰਦੇ ਨੇ, ਤਾਂ ਸਭ ਤੋਂ ਪਹਿਲਾਂ ਇਸ ਨੂੰ ਕਵਰ ਅਪ ਕਰ ਲਓ। ਨਾਲ ਤੁਸੀਂ ਜਿਹੜੇ ਇਹ ਪੋਰਸ਼ਨ ਆ, ਜਿਵੇਂ ਆਰਟ ਐਂਡ ਕਲਚਰ ਹੈ ਤੁਹਾਡਾ, ਸਕੀਮਸ ਆ, ਇੰਟਰਨੈਸ਼ਨਲ ਇੰਸਟੀਟਿਊਸ਼ਨ ਐਂਡ ਰਿਪੋਰਟਸ ਆ, ਠੀਕ ਹੈ, ਹੈੱਡ ਕੁਆਰਟਰਸ ਨੇ ਇੰਸਟੀਟਿਊਸ਼ਨਸ ਦੇ, ਇਹਨਾਂ ਨੂੰ ਤੁਸੀਂ ਕਰੰਟ ਦੇ ਤੌਰ ਤੇ ਕਵਰ ਅਪ ਕਰੋਗੇ। ਔਰ ਇਹਦੇ ਲਈ ਮੈਂ ਤੁਹਾਡੇ ਲਈ ਇੱਕ ਬੈਸਟ ਵੈਬਸਾਈਟ ਫਾਈਂਡ ਆਊਟ ਕੀਤੀ ਹੈ, ਜਿਹੜੀ ਕਿ ਤੁਹਾਨੂੰ ਬਹੁਤ ਹੀ ਈਜ਼ੀਲੀ ਕਵਰ ਅਪ ਕਰ ਲਓਗੇ ਤੁਸੀਂ ਇਹ ਸਾਰਾ ਕਰੰਟ। ਉਸ ਦੇ ਲਈ ਬੈਸਟ ਸਟ੍ਰੈਟਜੀ ਤੁਹਾਡੀ ਇਹੀ ਹੈ, ਸਭ ਤੋਂ ਪਹਿਲਾਂ ਸਟੈਟਿਕ ਪੋਰਸ਼ਨ ਕਵਰ ਕਰੋ 1 ਬਾय 1 ਸਿਲੈਕਟ ਕਰਕੇ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਕਰੰਟ, ਵੈਸੇ ਤਾਂ ਕਰੰਟ ਨੂੰ ਨਾਲ ਉਸ ਵੈਬਸਾਈਟ ਤੋਂ ਤੁਸੀਂ ਰੀਡ ਕਰਦੇ ਰਹੋ, ਤੁਹਾਡਾ ਡੇਲੀ ਅਪਡੇਟ ਹੁੰਦਾ ਰਹੇਗਾ। ਔਰ ਦੂਸਰੀ ਗੱਲ, ਤੁਹਾਡੇ ਕੋਲ ਇਸ ਸਮੇਂ ਲਾਕਡਾਊਨ ਦੇ ਕਾਰਨ ਸਫੀਸ਼ੀਐਂਟ ਟਾਈਮ ਆ ਕਿ ਤੁਸੀਂ ਇਹ ਸਾਰਾ ਕੁਝ ਈਜ਼ੀਲੀ ਪੜ੍ਹ ਸਕੋ। ਤਾਂ ਇਸ ਵਾਰ ਤੁਸੀਂ ਸੋਚ ਕੇ ਚੱਲੋ ਵੀ ਜਿਹੜਾ ਤੁਹਾਡਾ ਕੰਪੀਟੀਸ਼ਨ ਆ ਹੋਰ ਵੀ ਟਫ ਹੋਏਗਾ ਐਜ਼ ਕੰਪੈਰੀਟਿਵਲੀ ਲਾਸਟ ਈਅਰ ਐਗਜ਼ਾਮ, ਕਿਉਂਕਿ ਉਸ ਸਮੇਂ ਲੋਕਾਂ ਕੋਲੇ ਪੜ੍ਹਨ ਲਈ ਪ੍ਰੋਪਰ ਟਾਈਮ ਨਹੀਂ ਸੀ, ਬਟ ਐਟ ਪ੍ਰੈਜ਼ੈਂਟ ਤੁਹਾਡੇ ਕੋਲੇ ਪ੍ਰੋਪਰ ਟਾਈਮ ਆ, ਪ੍ਰੋਪਰ ਸਟ੍ਰੈਟਜੀ ਨਾਲ ਤੁਸੀਂ ਵਰਕ ਕਰ ਸਕਦੇ ਹੋ। ਤਾਂ ਇਸ ਵਾਰ ਜਿਹੜਾ ਤੁਹਾਡਾ ਐਗਜ਼ਾਮ ਆ, ਇਸ ਦੀ ਪੋਸਿਬਿਲਿਟੀ ਆ ਤੁਹਾਨੂੰ ਥੋੜਾ ਟਫ ਮਿਲ, ਠੀਕ ਹੈ। ਅਗਰ ਟਫ ਐਗਜ਼ਾਮ ਮਿਲ ਰਿਹਾ ਤਾਂ ਟਫ ਐਗਜ਼ਾਮ ਦੇ ਅਕੋਰਡਿੰਗ ਹੀ ਸਟੱਡੀ ਕਰੂੰਗੇ। ਚਲੋ ਨੈਕਸਟ ਅਸੀਂ ਜੋ ਬੁੱਕਸ ਦੇਖਦੇ ਹਾਂ, ਜੋ ਮੈਂ ਤੁਹਾਨੂੰ ਰਿਕਮੈਂਡ ਕਰ ਰਿਹਾ, ਮੋਸਟ ਇੰਪੋਰਟੈਂਟ ਔਰ ਬਹੁਤ ਹੀ ਸ਼ਾਨਦਾਰ ਬੁੱਕਸ ਨੇ ਜੋ ਤੁਹਾਨੂੰ ਇਹ ਸਾਰਾ ਸਿਲੇਬਸ ਬੜੀ ਈਜ਼ੀਲੀ ਕਵਰ ਅਪ ਕਰਨਗੀਆਂ। ਔਰ ਜੋ ਉਹਦੇ ਪੇजेस ਨੇ, ਉਹਨੂੰ ਪੇजेस ਨੂੰ ਦੇਖ ਕੇ ਨਾ ਡਰਿਓ, ਕਿਉਂਕਿ ਉਹਦੇ ਵਿੱਚ ਇੰਨੇ ਸਬਜੈਕਟਸ ਕਵਰ ਅਪ ਕੀਤੇ ਇੱਕ ਬੁੱਕ ਦੇ ਵਿੱਚ ਹੀ, ਔਰ ਨਾਲ ਪ੍ਰੈਕਟਿਸ ਕੁਐਸਚਨਸ ਇੰਨੇ ਦਿੱਤੇ ਹੋਏ ਨੇ। ਉਹਨਾਂ ਦੇ ਪੇਜ ਬੇਸ਼ੱਕ ਥੋੜੇ ਜ਼ਿਆਦਾ ਹੋਣ, ਬਟ ਅਗਰ ਤੁਸੀਂ ਡੇਲੀ ਪੇਜ ਡਿਵਾਈਡ ਕਰ ਲਓਗੇ ਵੀ ਇੰਨੇ ਪੇਜ ਮੈਂ ਪਰ ਡੇ ਕਰਨੇ ਹੀ ਕਰਨੇ ਆ, ਤਾਂ ਤੁਹਾਡੇ 3 ਜਾਂ 4 ਮਹੀਨਿਆਂ ਦੇ ਵਿੱਚ ਉਹ ਪੂਰੀ ਬੁੱਕ ਕਵਰ ਅਪ ਹੋ ਜਾਏਗੀ। ਔਰ ਉਸ ਤੋਂ ਬਾਅਦ ਦੈਨ ਤੁਸੀਂ ਰੈਪੀਟੀਸ਼ਨ ਵੀ ਕਰ ਸਕਦੇ ਹੋ ਉਹਨਾਂ ਬੁੱਕਸ ਦਾ। ਕੋਸ਼ਿਸ਼ ਕਰੋ ਜਦੋਂ ਤੁਸੀਂ ਉਹ ਰੀਡ ਕਰ ਰਹੇ ਹੋ ਤਾਂ ਨਾਲ ਆਪਦੇ ਨੋਟਸ ਪ੍ਰਿਪੇਅਰ ਕਰੋ। ਕੋਸ਼ਿਸ਼ ਕਰੋ ਜਿਹੜੇ 10 ਪੇਜ ਆ, 10 ਪੇਜਾਂ ਨੂੰ ਕਮ ਸੇ ਕਮ ਤੁਸੀਂ ਇੱਕ ਪੇਜ ਦੇ ਵਿੱਚ ਲੈ ਸ਼ਾਰਟ ਨੋਟਸ ਬਣਾਓ, ਜਿਹੜੇ ਤੁਹਾਨੂੰ ਲਾਸਟ ਟਾਈਮ ਦੇ ਐਗਜ਼ਾਮ ਤੋਂ ਜਸਟ ਬਿਫੋਰ 1 ਡੇ ਜਾਂ 2 ਡੇ ਤੁਸੀਂ ਉਸ ਨੂੰ ਰਿਪੀਟ ਕਰ ਪਾਓ। ਨੈਕਸਟ ਬੁੱਕ ਦੇਖਦੇ ਆਪਾਂ ਜੀਕੇ ਲਈ, ਜਿਹੜੀ ਤੁਹਾਡੀ ਬੈਸਟ ਬੁੱਕ ਆ, ਇੱਕੋ ਹੀ ਬੁੱਕ ਆ ਜਿਹੜੀ ਤੁਹਾਡੀ ਨੈਸ਼ਨਲ ਲੈਵਲ ਤੇ ਸਾਰਾ ਡਿਟੇਲ ਕਵਰ ਕਰ, ਉਹ ਹੈ ਟਾਟਾ ਮੈਗਰਾ। ਟਾਟਾ ਮੈਗਰਾ ਹਿਲ ਦੀ ਜਨਰਲ ਸਟੱਡੀ ਲਈ ਪੇਪਰ 1 ਲਈ ਬੁੱਕ ਆਉਂਦੀ ਹੈ, ਜੋ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵਾਸਤੇ ਔਰ ਸਟੇਟ ਪਬਲਿਕ ਸਰਵਿਸ ਕਮਿਸ਼ਨ ਵਾਸਤੇ ਉਹਨਾਂ ਦੇ ਪ੍ਰੀਲਿਮਿਨਰੀ ਐਗਜ਼ਾਮ ਨੂੰ ਕਵਰ ਅਪ ਕਰਦੀ ਹੈ। ਔਰ ਇਹਦੇ ਵਿੱਚ ਸਾਰੇ ਜੋ ਤੁਹਾਡੇ ਜੀਕੇ ਦੇ ਟੌਪਿਕਸ ਨੇ ਉਹ ਡਿਟੇਲਡ ਇਨਫੋਰਮੇਸ਼ਨ ਦੇ ਵਿੱਚ ਤੁਹਾਡੇ ਕਵਰ, ਜਿਵੇਂ ਜਨਰਲ ਸਾਇੰਸ, ਫਿਜ਼ਿਕਸ, ਕੈਮਿਸਟਰੀ, ਬਾਇਓ, ਇਹ ਤਿੰਨੇ ਸਬਜੈਕਟ ਬਹੁਤ ਹੀ ਡਿਟੇਲ ਢੰਗ ਨਾਲ ਉੱਥੇ ਕਵਰ ਅਪ। ਨੈਕਸਟ ਜਿਵੇਂ ਹਿਸਟਰੀ, ਇਸ ਦੇ ਵਿੱਚ ਉਹਨਾਂ ਨੇ ਐਂਸ਼ੀਐਂਟ, ਮਿਡੀਵੀਅਲ, ਮਾਡਰਨ ਸਾਰੇ ਕਵਰ ਅਪ ਕੀਤੀਆਂ ਉਸ ਦੇ ਵਿੱਚ। ਬਟ ਜਿਹੜਾ ਤੁਹਾਡਾ ਫੋਕਸ ਆ ਉਹ ਸਿਰਫ ਮਾਡਰਨ ਹਿਸਟਰੀ ਤੇ ਹੀ ਹੋਣਾ ਚਾਹੀਦਾ ਜ਼ਿਆਦਾ ਤੋਂ ਜ਼ਿਆਦਾ, ਕਿਉਂਕਿ ਮੈਕਸਿਮਮ ਕੁਐਸਚਨ ਤੁਹਾਡੇ ਮਾਡਰਨ ਹਿਸਟਰੀ ਤੋਂ ਵਿੱਚੋਂ ਹੀ ਆਏ ਨੇ ਲਾਸਟ ਈਅਰ ਐਗਜ਼ਾਮ। ਉਸ ਤੋਂ ਬਾਅਦ ਜਿਵੇਂ ਪੋਲਿਟੀ, ਬਹੁਤ ਹੀ ਸ਼ਾਨਦਾਰ ਢੰਗ ਨਾਲ ਉਹਨੇ ਕਵਰ ਅਪ ਕੀਤੀ ਹੈ। ਇਕਨੋਮਿਕਸ, ਜੀਓਗ੍ਰਾਫੀ ਐਂਡ এনवायरमेंट, ਜੀਓਗ੍ਰਾਫੀ ਦੇ ਵਰਲਡ ਜੀਓਗ੍ਰਾਫੀ ਵੀ ਹੈ, ਇੰਡੀਅਨ ਜੀਓਗ੍ਰਾਫੀ ਵੀ ਹੈ, ਫਿਜ਼ੀਕਲ, ਪੋਲੀਟੀਕਲ ਸਾਰੀਆਂ ਜੀਓਗ੍ਰਾਫੀਜ਼ ਨੇ। ਬਟ ਜ਼ਿਆਦਾਤਰ ਸਾਰੇ ਐਗਜ਼ਾਮਸ ਇਸ ਸਮੇਂ এনवायरमेंट ਤੇ ਫੋਕਸ ਕਰ ਰਹੇ ਨੇ। ਤੁਸੀਂ ਜ਼ਿਆਦਾ ਤੋਂ ਜ਼ਿਆਦਾ ਆਪਦਾ ਜਿਹੜਾ ਧਿਆਨ ਆ ਉਹ এনवायरमेंट ਤੇ ਜ਼ਿਆਦਾ ਫੋਕਸ ਕਰੋ। ਉਸ ਤੋਂ ਬਾਅਦ ਜਿਵੇਂ ਦੇਖੋ ਆਰਟ ਐਂਡ ਕਲਚਰ, ਇੰਡੀਆ ਦਾ ਉਹਦੇ ਵਿੱਚ ਸਾਰਾ ਕਵਰ ਆ, ਪੰਜਾਬ ਬਾਰੇ ਵੀ ਕਵਰ ਅਪ ਕੀਤਾ ਗਿਆ, ਪਰਸਨ ਨਿਊਜ਼ ਬਾਰੇ ਵੀ ਉਹਦੇ ਵਿੱਚ ਡਿਟੇਲ ਚ ਦੱਸਿਆ ਗਿਆ ਉਹਨਾਂ ਨੇ, ਬੁੱਕਸ ਇਨ ਨਿਊਜ਼, ਅਵਾਰਡ ਇਨ ਨਿਊਜ਼, ਸਕੀਮਸ, ਇੰਟਰਨੈਸ਼ਨਲ ਇੰਸਟੀਟਿਊਸ਼ਨ ਹੈੱਡਕੁਆਰਟਰਸ ਐਂਡ ਰਿਪੋਰਟਸ, ਸਾਇੰਸ ਐਂਡ ਟੈਕ, ਇਹ ਸਾਰੇ ਤਕਰੀਬਨ ਉਹਨਾਂ ਨੇ ਸਾਰੇ ਸਬਜੈਕਟ ਜੋ ਤੁਹਾਡੇ ਆਉਣ ਵਾਲੇ ਆ ਸਾਰੇ ਦੀ ਸਾਰੀ ਡਿਟੇਲਡ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ। ਬਟ ਅਸੀਂ ਚਾਹੁੰਦੇ ਆ ਵੀ ਜਿਹੜੇ ਆ ਚੀਜ਼ਾਂ ਤੁਸੀਂ ਦੇਖੋ, ਪਰਸਨ ਨਿਊਜ਼, ਬੁੱਕਸ ਇਨ ਨਿਊਜ਼, ਅਵਾਰਡ ਇਨ ਨਿਊਜ਼, ਇਹ ਜ਼ਿਆਦਾਤਰ ਤੁਸੀਂ ਕਰੰਟ ਤੇ ਜ਼ਿਆਦਾ ਫੋਕਸ ਕਰਿਓ। ਸਕੀਮਸ ਵੀ ਤੁਹਾਨੂੰ ਮਿਲ ਜਾਣੀਆਂ ਕਿਉਂਕਿ ਲਾਸਟ ਈਅਰ ਦੀਆਂ ਸਕੀਮਸ ਹੀ ਪਾਉਣੀਆਂ। ਲਾਸਟ ਈਅਰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਜੋ ਕਰੰਟ ਆ ਉਹ 6 ਮੰਥ ਤੱਕ ਤੁਸੀਂ ਕਵਰ ਅਪ, 6 ਮੰਥ ਤੁਹਾਡੀ ਉਹ ਵੈਬਸਾਈਟ ਹੈ ਜਿਹੜੀ ਬੈਸਟ ਵੈਬਸਾਈਟ ਹੈ ਤੁਹਾਡੇ ਲਈ, ਸਾਰਾ ਕੁਝ ਕਵਰ ਕਰਕੇ ਦੇਊਗੀ ਉਹ 6 ਮੰਥ। ਹੁਣ ਸੈਕੰਡ ਬੁੱਕ, ਸਿਰਫ 2 ਹੀ ਬੁੱਕ ਅਸੀਂ ਕਵਰ ਕਰਨੀਆਂ। ਦੂਸਰੀ ਬੁੱਕ ਹੈ ਜੀਕੇ ਲਈ ਸਾਡਾ ਪੰਜਾਬ, ਮਨੀਸ਼ ਜਿੰਦਲ ਦੀ ਬੁੱਕ ਹੈ ਇਹ ਪੰਜਾਬ ਤੇ ਸਪੈਸ਼ਲ ਫੋਕਸ ਕਰਕੇ ਲਿਖੀ ਹੈ ਉਸ ਬੰਦੇ ਨੇ। ਔਰ ਇਹਦੇ ਵਿੱਚ ਪੰਜਾਬ ਬਾਰੇ ਡਿਟੇਲਡ ਇਨਫੋਰਮੇਸ਼ਨ ਆ ਤੁਹਾਡੇ ਲਈ, ਸਾਰਾ ਕੁਝ ਪੰਜਾਬ ਬਾਰੇ ਇਹਦੇ ਵਿੱਚ ਕਵਰ ਹੋ ਜਾਊਗਾ। ਸਿਰਫ 2 ਹੀ ਬੁੱਕਸ ਤੁਸੀਂ ਫੋਲੋ ਅਪ ਕਰਨੇ ਆ ਇਸ ਐਗਜ਼ਾਮ ਦੀ ਤਿਆਰੀ ਲਈ। ਦੇਖੋ ਬੇਸ਼ੱਕ ਇਹ ਬੁੱਕਸ ਤੁਹਾਨੂੰ ਬਹੁਤ ਟਫ ਲੱਗਣ, ਬਟ ਐਗਜ਼ਾਮ ਦਾ ਲੈਵਲ ਵੀ ਇੱਕ ਟਫ ਆਊਗਾ ਕਿਉਂਕਿ ਐਗਜ਼ਾਮ ਆ ਜਿਹੜਾ ਉਹ ਪੀਪੀਐਸਸੀ ਲੈ ਰਿਹਾ।
कोई होर एग्जाम, कोई क्लर्क का एग्जाम नहीं, कोई पीएन का एग्जाम नहीं, एक प्रिंसीपल, हैड टीचर, हैड मास्टर, बीपीओ का एग्जाम है। नैक्सट जो वैबसाइट है वो है जीके टूडे, दी बेस्ट वैबसाइट आ ਤੁਹਾਡੀ एग्जाम की प्रिपरेशन वास्ते। ਤੁਸੀਂ देखो इधरले पासे जो इन्होंने करंट अफेयर की कैटेगरी बनाई है, इस थोड़े सारिया कैटेगरीज कवर होंगे। देखो पर्सन न्यूज़, इंपॉर्टेंट डेज एंड इवेंट्स सारे कवर हो रहे हैं, डिफेंस कवर हो रहा, गवर्नमेंट स्कीम्स इन इंडिया, इंटरनेशनल, स्टेट, एनवायरमेंट, स्पोर्ट्स एंड गेम्स आ रही थोड़ियाँ, ठीक है, बिजनेस एंड इकॉनमी एंड बैंकिंग नाल रिलेटेड, कॉन्स्टिट्यूशन एंड लॉ, साइंस एंड टेक्नोलॉजी, रिपोर्ट्स एंड इंडेक्स, अवार्ड्स एंड ऑनर्स, आर्ट एंड कल्चर, प्लेस इन न्यूज़, ये सारा कुछ इस पासे कवर कर, ठीक है। थोनों करंट अफेयर सारे इत्थों कवर हो जाएंगे थोड़े, ठीक है। तो तुसीं हुण इस वैबसाइट नूं बड़ी ईजिली ढंग नाल तुसीं फॉलो कर सकते हो, रिलीजियसली फॉलो कर सकते हो इस वैबसाइट। अज दे लैक्चर का मोस्ट इंपॉर्टेंट पॉइंट, हाउ टू बाईपास द, देखो इंटरव्यू तो तकरीबन सारिਆਂ ਨੂੰ डर लगता कि तेन इंटरव्यू ਦੇ ਵਿੱਚ ਕੀ ਪੁੱਛਿਆ ਜਾਊਗਾ। ਤੁਸੀਂ इंटरव्यू ਨੂੰ इस एग्जाम ਦੇ ਵਿੱਚ बाईपास कर सकते। ਤੁਸੀਂ ਕਹੋਗੇ ਸਰ ਕੀ मजाक कर रहे हो ਸਾਡੇ ਨਾਲ, नहीं वाकई देखो इंटरव्यू ਤੁਹਾਨੂੰ ਦੇਣੀ ਪਊਗੀ, बट ਤੁਸੀਂ इंटरव्यू ਨੂੰ एज ए बाईपास मान सकते हो। ਕਿਵੇਂ? ਤੁਸੀਂ ਦੇਖੋ ਇਹ ਪੁਆਇੰਟ ਹੈ ਜਿਹੜਾ ਇਹਨਾਂ ਦੀ ਨੋਟੀਫਿਕੇਸ਼ਨ ਦੇ ਵਿੱਚ ਆਪ ਖੁਦ ਲਿਖਿਆ, ਇਹਨਾਂ ਨੇ ਕਿਹਾ ਵੀ ਜਿਹੜਾ ਤੁਹਾਡਾ ਫਾਈਨਲ ਰਿਜ਼ਲਟ ਆ ਉਹ ਗ੍ਰੈਂਡ ਟੋਟਲ ਹੋਊਗਾ ਮਾਰਕਸ ਦਾ, ਇੱਕ ਰਿਟਨ ਕੰਪੀਟੀਟਿਵ ਐਗਜ਼ਾਮਸ ਦਾ ਔਰ ਇੰਟਰਵਿਊ ਦਾ, ਦੋਨਾਂ ਨੂੰ ਕੰਬਾਈਨਡ ਕਰਕੇ 340 ਦਾ ਤੁਹਾਡਾ ਐਗਜ਼ਾਮ ਆ, ਜਿਸ ਦੇ ਵਿੱਚ 40 ਮਾਰਕਸ ਇੰਟਰਵਿਊ ਔਰ 300 ਮਾਰਕਸ ਆ ਜਿਹੜੇ ਤੁਹਾਡੇ ਰਿਟਨ ਐਗਜ਼ਾਮ ਦੇ ਆ। ਅਗਰ ਤੁਸੀਂ ਰਿਟਨ ਐਗਜ਼ਾਮ ਚੋਂ ਦੇ ਵਿੱਚੋਂ ਅਗਰ ਅੱਛੇ ਮਾਰਕਸ ਲੈ ਜਾਂਦੇ ਹੋ ਤਾਂ ਦੇਖੋ ਇੰਟਰਵਿਊ ਇੱਕ ਮਿਨੀਮਮ ਮਾਰਕਸ ਉਹਨਾਂ ਨੂੰ ਦੇਣੇ ਹੀ ਪੈਂਦੇ ਨੇ ਸਭ ਨੂੰ। मान लो किसी दे बहुत अच्छी इंटरव्यू होगी तो नैचुरली गल है उन्होंने 25 तो लैके 30 तक मार्क्स मिल जाएंगे, ठीक है, 35 तक भी जा सकते हैं मार्क्स इंटरव्यू के, बट मिनीमम मान लो 5 मार्क्स ही उन्होंने मिनीमम रखते थोड़े, जेडे बंदे जिन्नी मर्जी गंदी इंटरव्यू हुई हो 5 मार्क्स। अगर थोड़े पहला ही मान लो 250 मार्क्स तुसी लई बैठे हो राइटिंग च, तुसी जिन्ना मर्जी है तुसी मिनीमम भी अगर ऐड हो जाएंगे तो भी 255 ही मार्क्स रहणगे थोड़े। तो तुसी कह सकते हो भी इंटरव्यू इत्थे बाईपास हो जाए, थोड़ी जिन्नी मर्जी माड़ी इंटरव्यू हो जाए, इंटरव्यू तो डरने की जरूरत नहीं है, मिनीमम मार्क्स उन्होंने कुछ ना कुछ देने ही पैणगे, उस तो बाद मार्क्स जो भी लगेंगे वो ऐड होकर थोड़ी रैंक तैयार होगा ऑल ओवर पंजाब। अगर थोनों ये लैक्चर अच्छा लगे तो प्लीज़ चैनल को सबसक्राइब करो, वीडियो को लाइक करो तो इस वीडियो को ज़्यादा तो ज़्यादा लोगों नाल शेयर करें। मिलते हैं नैक्सट वीडियो के विच।